ਹੁਣ मैं बेनती करांगा बाबा जी के साथी संत अमरजीत सिंह जी, बाबा भोला जी, सारिया संगतां नूं जिहड़ा भी प्रोग्राम अगे होना है उस बारे भी, और धन गुरु तेग बहादुर साहब महाराज के प्रकाश पुरब नूं समर्पित कथा विचार सारिया संगतां नूं बड़े प्यार नाल सुण करवाणगे। बाबा जी नूं बेनती है कि जिन्ना भी उन्हां दा समा जिवें समझन, उन्हां नूं कोई 15-20 पाबंदी मिनट नहीं है। तो सारिया संगतां अगर कोई थल्ले भी बैठा है आके 15 मिनट ਲਈ ਉੱਪਰ आके बैठो। सजो वाहिगुरु जी का खालसा वाहिगुरु जी की फतेह। एक ओंकार सतनाम करता पुरख निरभउ निर्वैर अकाल मूरत आजुनी सैभं गुर प्रसाद जप आद सच जुगाद सच है भी सच नानक होसी भी सच गुरु गुरु गुर कर मन मेरे तारण तरण समरथ कल जुग सुनत समाद शब्द जिस केरे फुन दोखन नास सुखदायक सूरो जो तरत त्यान बस्त तनेरे पूरो पुरख हृदय हर सिमरत मुख देखत अग जाहे परेरे जो हर बुद्ध रिद सिद्ध चाहत गुरु गुरु गुर कर मन मेरे क्या हूँ कथी कथे कथ देखा मैं अकथ न कथना जाई जो तुद पावै सोई आखां तिल तेरी वड्याई। जागती जोत हाजरा हजूर जारा जहूर साहिब श्री गुरु ग्रंथ साहिब जी की पावन पवित्र गोद दे विच बैठ के काफ़ी समय तो हाजरियां लगवा रही गुरु प्यारी गुरु सवारी साध संगत जी, थोड़े समय के वास्ते साहिब श्री गुरु तेग बहादुर सच्चे पातशाह जी की बाणी की विचार अते थोड़ा जा इतिहास नाल आपां जुड़िए। उस तो पहला मेरे कलगीधर सच्चे पातशाह जी दे कोलों बख्शिश दे विच मिली हुई फतेह सारे ही प्यार सत्कार निमरता दे नाल गज वच के बुलंद करो। वाहिगुरु जी का खालसा वाहिगुरु जी की फतेह। गुरमुख प्यारियो, आप जी पिछले तकरीबन 1-1.5 साल तो साहिब श्री गुरु तेग बहादुर सच्चे पातशाह जी दे बचनां दी विचार टैलीविज़न दे राही किसी दीवान दे अंदर जावो, उस दीवान दे अंदर उन्हां दी बाणी दा कीर्तन बाणी दी विचार इतिहास आप जी सरवण करते आ रहे हों। अपने भाग चंगे हैं कि इन्नी वारी सुनन दे नाल जग्यासू दे जिहन दे विच गुरु दे बचन उतर जाते हैं, गुरु का इतिहास उतर जाता है। तिलंग राग दे अंदर मेरे गुरु तेग बहादुर सच्चे पातशाह ने जो बचन आख्या उहदी विचार उस तो पहला मैं बेनती कर देवां गुरु तेग बहादुर सच्चे पातशाह जी दे गुरु ग्रंथ साहिब जी दे अंदर 115 शब्द अते सलोक अंकित हैं ਅਤੇ 15 ਰਾਗਾਂ ਦੇ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ ਹੈ।
ਤਿਲੰਗ ਰਾਗ ਦੇ ਅੰਦਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬਚਨ ਕਰਦੇ ਹਨ, ਚੇਤਨਾ ਹੈ ਤੂੰ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਦ ਬਿਹਾਤ ਹੈ, ਫੂਟੈ ਘਟ ਜੂ ਪਾਣੀ, ਹਰ ਗੁਣ ਕਾਹੇ ਨਾ ਗਾਵਹੀ, ਮੂਰਖ ਅਗਿਆਨਾ, ਝੂਠੇ ਲਾਲਚ ਲੱਗ ਕੈ, ਨਹਿ ਮਰਨ ਪਛਾਨਾ, ਅਚੂ ਕਛ ਬਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੈ, ਕਹੋ ਨਾਨਕ ਤਹਿ ਭਜਨ ਤੈ, ਨਿਰਭੈ ਪਦ ਪਾਵੈ। ਤਾਂ ਸਿਰਫ ਆਖਰੀ ਅਰਥ ਕਰੇਗਾ ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਮੇਰੇ ਨੌਵੇਂ ਪਾਤਸ਼ਾਹ ਕਹਿੰਦੇ ਚੇਤਨਾ ਹੈ ਤੂੰ ਚੇਤ ਲੈ। ਚੇਤਨਾ ਦਾ ਭਾਵ ਹਰ ਇਨਸਾਨ ਆਪਣੇ ਆਪ ਨੂੰ ਬੜਾ ਜਾਗਰਤ ਸਮਝਦਾ ਹੈ। ਹਰ ਇਨਸਾਨ ਕਹਿੰਦਾ ਕਿ ਮੈਂ ਬੜਾ ਜਾਗਿਆ ਹੋਇਆ ਹਾਂ, ਮੈਂ ਬੜਾ ਅਵੇਅਰ ਹਾਂ, ਮੈਨੂੰ ਬਹੁਤ ਕੁਝ ਪਤਾ ਹੈ। ਬਸ ਇਹ ਗੱਲ ਗੁਰੂ ਸਾਹਿਬ ਕਹਿੰਦੇ ਹਨ ਚੇਤਨਾ ਹੈ। ਕਹਿੰਦੇ ਜੇਕਰ ਤੇਰੇ ਅੰਦਰ ਥੋੜੀ ਜਿਹੀ ਵੀ ਚੇਤਨਤਾਈ ਹੈ, ਭਾਵ ਜਾਗਰਤ ਅਵਸਥਾ ਹੈ, ਤਾਂ ਕਹਿੰਦੇ ਫਿਰ ਕਰ ਕੀ? ਕਹਿੰਦੇ ਚੇਤਨਾ ਹੈ ਤੂੰ ਚੇਤ ਲੈ। ਕਹਿੰਦੇ ਫਿਰ ਉਸ ਪਰਮਾਤਮਾ ਦੇ ਨਾਮ ਨੂੰ ਚੇਤ ਲੈ, ਭਾਵ ਯਾਦ ਕਰ ਲਾ, ਉਹਦਾ ਸਿਮਰਨ ਕਰ ਲਾ। ਇਨਸਾਨ ਕਹਿੰਦਾ ਜੀ ਕਿੰਨਾ ਕੁ ਸਮਾਂ ਕਰਾਂ? ਮੇਰੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਨਿਸ ਦਿਨ ਮੈਂ ਪ੍ਰਾਨੀ, ਨਿਸ ਰਾਤ ਦਿਨ ਦਿਨ। ਕਹਿੰਦੇ ਉਸ ਪਰਮਾਤਮਾ ਦਾ ਨਾਮ ਤੂੰ ਦਿਨ ਤੇ ਰਾਤ ਜਪ। ਬਾਣੀ ਦੇ ਅੰਦਰ ਜਦੋਂ ਸਿੱਖ ਨੇ ਕੀਤਾ ਹੋਏਗਾ ਸਵਾਲ ਕਿ ਜੀ ਕਿਵੇਂ ਜਪਾਂ, ਤੇ ਗੁਰੂ ਸਾਹਿਬ ਨੇ ਬਾਣੀ 'ਚ ਕਹਿ ਦਿੱਤਾ ਊਠਤ ਬੈਠਤ ਸੋਵਤ ਨਾਮ ਕਹੋ ਨਾਨਕ। ਕਹਿੰਦੇ ਉਹ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਕਹਿੰਦੇ ਉਸ ਪਰਮਾਤਮਾ ਦਾ ਨਾਮ ਤੂੰ ਜਪ। ਇਹੀ ਗੱਲ ਨੌਵੇਂ ਪਾਤਸ਼ਾਹ ਕਹਿੰਦੇ ਚੇਤਨਾ ਹੈ ਤੂੰ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ। ਫਿਰ ਅੱਗੇ ਬੜੀ ਸੋਹਣੀ ਗੱਲ ਕਹੀ, ਕਹਿੰਦੇ ਇੱਕ ਗੱਲ ਦਾ ਧਿਆਨ ਰੱਖੀ, ਛਿਨ ਛਿਨ ਔਦ ਬਿਹਾਤ ਹੈ, ਫੂਟੈ ਘਟ ਜੂ ਪਾਣੀ। ਕਹਿੰਦੇ ਜਿਸ ਤਰ੍ਹਾਂ ਛਿਨ ਬਤੀਤ ਹੋਇਆ ਨਾ, ਆਪਾਂ ਭਾਰ ਦਾ ਥੋੜਾ ਜਿਹਾ ਹਿੱਸਾ ਦੱਸਣਾ ਹੋਵੇ ਕਿ ਭਾਰ ਨੂੰ ਥੋੜੀ ਤੋਂ ਥੋੜਾ ਦੱਸਣਾ ਹੋਵੇ ਤੇ ਆਪਾਂ ਕਿਣਕਾ ਕਹਿੰਦੇ ਹਾਂ, ਪਰ ਸਮੇਂ ਨੂੰ ਜਦੋਂ ਥੋੜਾ ਜਿਹਾ ਦੱਸਣਾ ਹੋਵੇ ਤੇ ਨੌਵੇਂ ਪਾਤਸ਼ਾਹ ਕਹਿੰਦੇ ਹਨ ਛਿਨ। ਕਹਿੰਦੇ ਜਿਸ ਤਰ੍ਹਾਂ ਇੱਕ ਛਿਨ ਬਤੀਤ ਹੋਇਆ, ਛਿਨ ਨੂੰ ਆਪਾਂ ਕਹਿ ਸਕਦੇ ਹਾਂ ਜਿਵੇਂ ਆਪਣੀ ਅੱਖ ਫਰਕਦੀ ਹੈ ਨਾ, ਜਿੰਨਾ ਕੁ ਅੱਖ ਦੇ ਫਰਕਣ ਨੂੰ ਸਮਾਂ ਲੱਗਦਾ ਉਹਨੂੰ ਆਪਾਂ ਛਿਨ ਕਹਿ ਸਕਦੇ ਹਾਂ। ਵੈਸੇ ਗੁਰਬਾਣੀ ਦੇ ਅੰਦਰ ਸਮੇਂ ਦਾ ਵੀ ਜ਼ਿਕਰ ਕੀਤਾ ਹੈ, ਵਿਸਵੇ ਚਸੀਆਂ ਘੜੀਆਂ ਪਹਿਰਾਂ, ਤਿੱਥੀ ਵਾਰੀ ਮਾਹ ਹੋਆ, ਸੂਰਜ ਏਕੋ ਰੁੱਤ ਅਨੇਕ। ਇਹ ਵਿਸਵੇ ਚਸੀਏ ਘੜੀਆਂ ਪਹਿਰਾਂ ਇਸ ਸਮੇਂ ਦੀ ਵੰਡ ਹੈ ਸਤਸੰਗੀ ਜਨੋਂ। ਤਾਂ ਮੈਂ ਆਪ ਜੀ ਨੂੰ ਬੇਨਤੀ ਕਰਾਂ, ਇੱਥੇ ਗੁਰੂ ਸਾਹਿਬ ਕਹਿੰਦੇ ਜਿਸ ਤਰ੍ਹਾਂ ਹੀ ਇੱਕ ਛਿਨ ਬਤੀਤ ਹੋਏ ਨਾ, ਕਹਿੰਦੇ ਸਮਝ ਤੇਰੀ ਉਮਰ ਘਟ ਗਈ ਹੈ। ਆਮ ਘਰਾਂ ਦੇ ਵਿੱਚ ਬੱਚਾ ਘਰ ਦੇ ਵਿੱਚ ਜਨਮ ਲਵੇ, ਜਿਸ ਮਾਂ ਨੇ ਜਨਮ ਦਿੱਤਾ ਜਾਂ ਜਿਸ ਪਰਿਵਾਰ ਵਿੱਚ ਜਨਮ ਹੋਇਆ, ਉੱਥੇ ਇਹ ਗੱਲ ਕਹੀ ਜਾਂਦੀ ਹੈ ਕਿ ਜੀ ਇੱਕ ਦਿਨ ਦਾ ਬੱਚਾ ਹੋ ਗਿਆ, ਇੱਕ ਦਿਨ ਵੱਡਾ ਹੋ ਗਿਆ, ਥੋੜੇ ਦਿਨਾਂ ਤੋਂ ਬਾਅਦ ਕਹਿੰਦੇ ਜੀ 1 ਮਹੀਨਾ ਵੱਡਾ ਹੋ ਗਿਆ, 1 ਸਾਲ ਵੱਡਾ ਹੋ ਗਿਆ, ਇਹ 5 ਸਾਲ ਵੱਡਾ ਹੋ ਗਿਆ, 10 ਸਾਲ ਵੱਡਾ ਹੋ ਗਿਆ। ਪਰ ਗੁਰੂ ਸਾਹਿਬ ਨੂੰ ਤਾਂ ਪੁੱਛੋ, ਮੈਂ ਬੇਨਤੀ ਕਰਾਂ, ਆਪਾਂ ਜਿੰਨੇ ਕੁ ਬੈਠੇ ਆ ਆਪਣੇ ਆਪ ਨੂੰ ਸਤਸੰਗੀ ਅਖਵਾਉਂਦੇ ਆ, ਪਰ ਜਦੋਂ ਆਪਾਂ ਕਹਿੰਦੇ ਜੀ ਮੇਰਾ ਬੱਚਾ ਵੱਡਾ ਹੋ ਗਿਆ, ਪਰ ਗੁਰੂ ਸਾਹਿਬ ਨੂੰ ਪੁੱਛੋ ਕਿ ਗੁਰੂ ਸਾਹਿਬ ਕੀ ਕਹਿੰਦੇ ਹਨ? ਕਹਿੰਦੇ ਨਹੀਂ ਪਿਆਰਿਆ, ਕਹਿੰਦੇ ਵੱਡਾ ਕੋਈ ਨਹੀਂ ਹੋਇਆ, ਕਹਿੰਦੇ ਉਹ ਛੋਟਾ ਹੋਇਆ ਹੈ। ਤੇ ਗੁਰੂ ਸਾਹਿਬ ਨੇ ਸਪੈਸ਼ਲ ਉੱਥੇ ਮਾਂ ਦਾ ਜ਼ਿਕਰ ਕੀਤਾ ਹੈ। ਕਹਿੰਦੇ ਜਨਨੀ ਜਾਣਤ ਸੁਧ ਬੜਾ ਹੋਤਾ ਹੈ, ਜਨਨੀ ਜਿਹਨੇ ਜਨਮ ਦਿੱਤਾ। ਕਹਿੰਦੇ ਜਨਨੀ ਸੋਚਦੀ ਹੈ ਜਿਹੜੇ ਬੱਚੇ ਨੂੰ ਮੈਂ ਜਨਮ ਦਿੱਤਾ ਉਹ ਵੱਡਾ ਹੋ ਗਿਆ, ਪਰ ਗੁਰੂ ਸਾਹਿਬ ਕਹਿੰਦੇ ਜਨਨੀ ਜਾਣਤ ਸੁਧ ਬੜਾ ਹੋਤਾ ਹੈ, ਪਰ ਕਹਿੰਦੇ ਇਤਨਾ ਕੁ ਨਾ ਜਾਣੇ ਦਿਨ ਦਿਨ ਅਵਧ ਘਟਤਾ ਹੈ। ਕਹਿੰਦੇ ਮਾਂ ਵਿਚਾਰੀ ਇਹ ਨਹੀਂ ਸੋਚਦੀ ਕਿ ਜਿਵੇਂ ਇੱਕ ਦਿਨ ਬਤੀਤ ਹੋਇਆ ਇਹਦੀ ਉਮਰ ਤਾਂ ਘਟ ਗਈ ਹੈ, ਇਹ ਵੱਡਾ ਨਹੀਂ ਹੋਇਆ, ਇਹ ਛੋਟਾ ਹੋਇਆ ਹੈ। ਬਸ ਇਸੇ ਗੱਲ ਨੂੰ ਨੌਵੇਂ ਪਾਤਸ਼ਾਹ ਕਹਿੰਦੇ ਛਿਨ ਛਿਨ ਔਦ ਬਿਹਾਤ ਹੈ। ਤੇ ਉਦਾਹਰਨ ਪਤਾ ਕੀ ਦਿੱਤੀ ਹੈ? ਫੂਟੇ ਘਟ ਜਿਉ ਪਾਣੀ। ਆਪਾਂ ਪੁਰਾਣੇ ਘੜੇ ਰੱਖਦੇ ਹੁੰਦੇ ਸੀ ਨਾ, ਸ਼ਾਮ ਦੇ ਵਕਤ ਜਦੋਂ ਘੜੇ ਨੂੰ ਭਰ ਕੇ ਰੱਖ ਦੋ ਨਾ, ਲੱਭਾ ਲੱਭ ਸਤਸੰਗੀ ਜਨੋਂ, ਜਦੋਂ ਸੁਬਾਹ ਹੁੰਨੇ ਆ ਨਾ ਘੜੇ ਵਿੱਚ ਕੋਈ ਛੇਕ ਹੁੰਦਾ ਹੈ, ਨਾ ਕੁਛ ਨਹੀਂ ਹੁੰਦਾ, ਨਾ ਕੋਈ ਉੱਚ ਦਰਾੜ ਹੁੰਦੀ ਹੈ, ਨਾ ਕੋਈ ਤੇੜ ਹੁੰਦੀ ਹੈ, ਪਰ ਜਦੋਂ ਸੁਬਾਹ ਘੜੇ ਨੂੰ ਦੇਖੋ ਨਾ ਉਹ 'ਚੋਂ ਪਾਣੀ ਘਟਿਆ ਹੋਇਆ ਹੁੰਦਾ ਹੈ।
गुरु साहब कहते तेरी भी कहते उम्र पता किवें घट रही है, जिवें कहते घड़े दे विचों पानी घट गया ना, कहते एवें तेरी उम्र घटती जाती है। फिर अगे गुरु साहब कहते हर गुण काहे ना गावे, कहते जो तेरी उम्र घट रही है तो तू मैनू पुछ रहा मैं की करा। नौवें पातशाह कहते हर गुण काहे ना गावे मूर्ख अज्ञाना, कहते प्यारिया उस परमात्मा हरि दे गुण गा। तो ये जोड़ा अगे अद्धी पंक्ति बचन आख्या ना, उन्हों का कहने का भाव यह है कि जोड़ा हरि परमात्मा के गुण नहीं गांदा, कहते मूर्ख अज्ञाना, वो मूर्ख भी है, वो अज्ञानी भी है, वो ज्ञानवान नहीं है। हुण अगली पंक्ति कहते झूठे लालच लग के, कहते आ संसार दे तो झूठे लालचां च लग्या होया है। मैं झूठे लालच बेनती करा सत्संगी जनो, आ जिहड़ा संसार है ना, सानू संसार दे अंदर तो ये सारा कुछ कम दिंदा है, मकान कम दिंदा है ना सत्संगी जनो, मीह हनेरी तो बचांदा है सानू, कार सानू कम दिंदी है ना, सानू एक जगह तो दूजी जगह लैके जाती है, धन कम दिंदा है ना, संसारी तौर पर साडे कम सवारदा है। पर जिहड़ा गुरु साहब ने बार बार एक गल कही है ना, झूठे लालच लग के, ये पता क्यों क्या होया कि जिहदे वास्ते मनुखा जीवन मिलिया, आप रोज़ पढ़ते हैं काहदे वास्ते मिलिया, एक बारी रल मिल के पढ़ दो, भई प्राप्त मानुख दोहरिया गोबिंद मिलन की ए तेरी वरिया, अवर काज तेरे किते ना काम, मिल साध संगत भज के वेल नाम। इस करके इनू क्या कहते झूठे लालच। मैं बेनती करा जदों आपां मनुखा जीवन की गल करते हैं ना, जिहड़े चौथे पैर का जिक्र मेरे गुरु नानक देव सच्चे पातशाह ने किया ना, उत्थे जदों किया कि वह परमात्मा की भेजे हुए जम आए, यदि कहते जो जीव आत्मा से उसनू लै गए, तो कहते संसार विच पता की होया, उत्थे भी वही गल की है, कहते झूठा रुदन हुआ दुआले, कहते इत्थे झूठा रोना पिटना हो गया। मैं बेनती करा हुण जिहड़ी पत्नी रो रही है, कोई झूठा रोना थोड़ी रो रही है सत्संगी जनो, जिहड़े बच्चे कोई मर गया जवान, उहदे बच्चे जिहड़े रो रहे हैं वो झूठा रोना थोड़ी रो रहे हैं, पर गुरु साहब कहते वो झूठा रोना है। हुण झूठा रोना पता क्यों क्या, मैं बेनती करा कई बार मेरे ज्ञानी मेरे वर्गे ज्ञानी लोग किसे नूं रोंदियां देख के कहते पखंड करता है, जिहदा पति मर गया किवें पखंड कोई कर सकता है, जिसका प्यो मर गया किवें कोई पखंड कर सकता है, जिहदी पत्नी मर गई किवें पखंड कर सकता है। पर गुरु साहब भी कह रहे हैं झूठा रुदन हुआ दुआले खिन में पिया पराया। हुण झूठा रुदन पता क्यों क्या है, क्योंकि आ जिहड़ा रोना संसार अंदर रोया जा रहा ना, ये वो जीव आत्मा दे किते काम नहीं आएगा। इस वास्ते गुरु साहब झूठा रुदन कह रहे हैं कि वो जिहड़ी जीव आत्मा चली गई उहदे लई किते काम नहीं आएगा। बस यही गल नौवें पातशाह इत्थे कहंदे हन, कहंदे झूठे लालच लग के कहंदे न मरण पछाना। हुण अगे बड़ी सोहनी गल कही जिहड़ी आपां अज भी पल्ले बन लईए तां भी साडी झोली च खैर पै जाएगी। कहंदे अजू कछ बिगड़ियो नहीं, कहंदे प्यारिओ अजे भी कुछ नहीं बिगड़िया। जिवें एक आपां भाषा विच कह दिंदे आ ना कि डुल्ले बेरां दा कुछ नहीं बिगड़िया, क्योंकि बेर इकट्ठे करो धोवो ते खा लो, फिर तुहाडा पेट पूर्ति कर दिंदे हन। इसी करके गुरु साहब कहंदे हन अजू कुछ नहीं बिगड़ियो नहीं, कहंदे प्यारिया हाले कुछ नहीं बिगड़िया, पर किहदा नहीं बिगड़िया, कहंदे जो प्रभ गुण गावे। कहंदे जिहड़ा हुण भी परमात्मा दे गुण गाने शुरू कर देवेगा ना, कहंदे ओहदा कुछ नहीं बिगड़िया। कहो नानक तह भजन ते निरभै पद पावै। कहंदे जिहड़ा इंसान उस परमात्मा दा भजन करदा है, कहो नानक तह भजन ते कहंदे निरभै पद पावै। निरभै पद परमात्मा की प्राप्ति का पद क्या है? निरभै पद कि भाव इहदे अंदर किसी भी प्रकार का कोई भी डर नहीं रह जाता। पर मैं एक बेनती आप जी नूं इत्थे कर देवां, डर तो मेरे ध्यान विच आ गया, संसार का डर नहीं होना चाहिए, किसी फौज का डर नहीं होना चाहिए, मरण का डर नहीं होना चाहिए। बाणी दे विच दो डरां दी गल कही है, एक तो जिहड़ा संसार का डर है ना, कई बार आप कहने जी साडा बच्चा रात नूं डरदा है, आप कहने जो फलाने तो सानू डर लगता है, सानू कानून तो डर लगता है, सानू समाज तो डर लगता है। ये धर्मी पुरुष के अंदर बिल्कुल नहीं होना चाहिए। गुरु साहब कहते हैं ये डर तेरे अंदरों खत्म होना चाहिए। तो बाबा जी तकरीबन क्या करते सन, जदों कोई आके बेनती करता सी ना जी साडा बच्चा बड़ा डरदा है, सानू डर लगता है, तो बाबा जी सुखमनी साहब जी एक पंक्ति क्या करते सन, कहते प्यारिओ बस वो पंक्ति का जाप करना शुरू कर दिओ, सारे डर खत्म हो जाएंगे। वो पंक्ति है निरभौ जपे सगल भौ मिटे। निरभौ परमात्मा है,
ਆਪਾਂ ਮੂਲ ਮੰਤਰ 'ਚ ਕਹਿੰਦੇ ਆ ਨਾ, ਨਿਰਭਉ ਹੈ, ਨਿਰਵੈਰ ਹੈ। ਮੈਂ ਬੇਨਤੀ ਕਰਾਂ, ਜਿਹੜਾ ਨਿਰਭਉ ਦਾ ਜਾਪ ਕਰੇਗਾ ਉਹ ਦਾ ਜਗਿਆਸੂ ਦਾ ਸਾਰਾ ਭੈ ਖਤਮ ਹੋ ਜਾਵੇਗਾ। ਪਰ ਇੱਕ ਭਾਉ ਹੋਣਾ ਚਾਹੀਦਾ ਹੈ। ਜੇਕਰ ਉਹ ਭਾਉ ਸਾਡੇ ਅੰਦਰ ਨਹੀਂ ਹੈ ਨਾ ਪਿਆਰਿਓ, ਬਸ ਅੱਜ ਉਹ ਨਿਰਭਉ ਆਪਣੇ ਅੰਦਰ ਪਕੜ ਕੇ ਲੈ ਕੇ ਜਾਇਓ। ਉਹ ਭਾਉ ਪਤਾ ਕਿਹੜਾ ਹੈ? ਉਹ ਹੈ ਨਿਰਮਲ ਭਾਉ। ਨਿਰਮਲ ਭਾਉ ਕੀ ਹੈ ਸਤਸੰਗੀ ਜਨ? ਮੈਂ ਬੇਨਤੀ ਕਰਾਂ, ਜਦੋਂ ਆਪਾਂ ਲਾਵਾਂ ਦਾ ਪਾਠ ਕਰੀਏ ਨਾ, ਦੂਜੀ ਲਾਮ ਦੇ ਵਿੱਚ ਬਕਾਇਦਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ, ਸੋਢੀ ਪਾਤਸ਼ਾਹ ਨੇ ਇਹ ਆਖਿਆ ਹੈ, ਕਹਿੰਦੇ ਨਿਰਮਲ ਭਾਉ ਪਾਇਆ ਹਰ ਗੁਣ ਗਾਇਆ, ਹਰ ਵੇਖੇ ਰਾਮ ਹਦੂਰੇ। ਕਹਿੰਦੇ ਜਦੋਂ ਤੇਰੇ ਅੰਦਰ ਨਿਰਮਲ ਭਾਉ ਹੋਏਗਾ, ਮੈਂ ਬੇਨਤੀ ਕਰਾਂ, ਨਿਰਮਲ ਭਾਉ ਪਤਾ ਕੀ ਹੈ? ਗੁਰੂ ਦਾ ਡਰ ਹੋਣਾ। ਗੁਰੂ ਦਾ ਡਰ ਕਿਵੇਂ ਹੋਵੇਗਾ? ਕਿ ਮੇਰੇ ਗੁਰੂ ਨੇ ਕਿਹਾ ਅੰਮ੍ਰਿਤ ਵੇਲੇ ਉੱਠ, ਮੈਂ ਅੰਮ੍ਰਿਤ ਵੇਲੇ ਨਹੀਂ ਉੱਠਿਆ। ਇਹ ਡਰ ਹੋਣਾ ਚਾਹੀਦਾ ਕਿ ਗੁਰੂ ਕਹਿੰਦਾ ਮੇਰਾ ਸਿੱਖ ਨਿਤਨੇਮੀ ਹੋਣਾ ਚਾਹੀਦਾ। ਅੱਜ ਮੇਰੇ ਤੋਂ ਨਿਤਨੇਮ ਨਹੀਂ ਹੋਇਆ, ਇਹ ਡਰ ਹੋਣਾ ਚਾਹੀਦਾ ਹੈ। ਗੁਰੂ ਕਹਿੰਦਾ ਮੇਰਾ ਸਿੱਖ ਅੰਮ੍ਰਿਤਧਾਰੀ ਹੋਵੇ, ਮੈਂ ਅਜੇ ਤੱਕ ਅੰਮ੍ਰਿਤਧਾਰੀ ਨਹੀਂ ਹੋਇਆ, ਇਹ ਡਰ ਹੋਣਾ ਚਾਹੀਦਾ। ਤੇ ਗੁਰੂ ਸਾਹਿਬ ਕਹਿੰਦੇ ਜਦੋਂ ਕਹਿੰਦੇ ਨਿਰਮਲ ਭਾਉ ਅੰਦਰ ਆ ਗਿਆ ਨਾ ਸਤਸੰਗੀ ਜਨੋ, ਫਿਰ ਕਹਿੰਦੇ ਪਤਾ ਕੀ ਕਰੇਗਾ? ਕਹਿੰਦੇ ਨਿਰਮਲ ਭਾਉ ਪਾਇਆ ਹਰ ਗੁਣ ਗਾਇਆ। ਕਹਿੰਦੇ ਫਿਰ ਤੂੰ ਹਰੀ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦੇਂਗਾ। ਕਹਿੰਦੇ ਜਦੋਂ ਤੂੰ ਕਹਿੰਦੇ ਨਿਰਮਲ ਭਾਉ ਅੰਦਰ ਰੱਖ ਕੇ ਹਰੀ ਪਰਮਾਤਮਾ ਦੇ ਗੁਣ ਗਾਏਗਾ, ਤੇ ਕਹਿੰਦੇ ਅਵਸਥਾ ਤੈਨੂੰ ਪਤਾ ਕੀ ਮਿਲੇਗੀ? ਇੱਕੋ ਪੰਕਤੀ 'ਚ ਗੁਰੂ ਸਾਹਿਬ ਨੇ ਬੜਾ ਸਪਸ਼ਟ ਕੀਤਾ, ਕਹਿੰਦੇ ਨਿਰਮਲ ਭਾਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਕਹਿੰਦੇ ਫਿਰ ਤਾਂ ਤੇਰੀ ਇਹ ਅਵਸਥਾ ਬਣ ਜਾਏਗੀ ਕਿ ਤੂੰ ਕਹਿੰਦੇ ਹਰੀ ਪਰਮਾਤਮਾ ਨੂੰ ਸਾਰੇ ਪਾਸੇ ਵਿਆਪਕ ਦੇਖਣ ਲੱਗ ਪਵੇਂਗਾ। ਤੇਰੀ ਇਹ ਅੰਦਰ ਦੀ ਇੱਕ ਐਸੀ ਅਵਸਥਾ ਬਣ ਜਾਏਗੀ। ਇਸ ਕਰਕੇ ਨੌਵੇਂ ਪਾਤਸ਼ਾਹ ਇਸਨਾਂ ਬਚਨਾਂ ਦੇ ਅੰਦਰ ਸਾਨੂੰ ਇਹ ਉਪਦੇਸ਼ ਦਿੰਦੇ ਹਨ। ਜੋ ਸੰਤ ਗਗਨਦੀਪ ਸਿੰਘ ਜੀ ਨੇ ਇਤਿਹਾਸ ਕਿਹਾ, ਥੋੜਾ ਜਿਹਾ ਮੈਂ ਉਸ ਨੂੰ ਦੁਬਾਰਾ ਆਪ ਜੀ ਨੂੰ ਦੁਹਰਾ ਦੇਵਾਂ, ਕਿਉਂਕਿ ਉਹਨਾਂ ਨੇ ਗੱਲ ਕੀਤੀ ਸੀ ਗੁਰਗੱਦੀ ਦੀ। ਜਦੋਂ ਮੇਰੇ 6ਵੇਂ ਪਾਤਸ਼ਾਹ ਨੇ ਆਪਣੇ ਪੋਤਰੇ ਨੂੰ, ਬਾਬਾ ਗੁਰਦਿੱਤਾ ਜੀ ਦੇ ਬੇਟੇ ਨੂੰ, ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਿਆਈ ਦਿੱਤੀ, ਮਾਤਾ ਨਾਨਕੀ ਜੀ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਮਾਤਾ ਜੀ, ਉਹਨਾਂ ਨੇ ਬੇਨਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਤੁਸੀਂ ਇੱਕ ਦਿਨ ਮੈਨੂੰ ਇਹ ਕਿਹਾ ਸੀਗਾ ਤੇਰੇ ਪੁੱਤਰ ਦੀ ਝੋਲੀ ਦੇ ਵਿੱਚ ਇਹ ਨਾਨਕ ਦੇ ਦਰ ਘਰ ਦੀ ਬਖਸ਼ਿਸ਼ ਪਵੇਗੀ, ਪਰ ਇਹ ਤਾਂ ਤੁਸੀਂ ਤਾਂ ਆਪਣੇ ਪੋਤਰੇ ਨੂੰ ਦੇ ਦਿੱਤੀ। ਉਦੋਂ ਉਹਨਾਂ ਨੇ 3 ਚੀਜ਼ਾਂ ਦਿੱਤੀਆਂ ਸਨ, ਉਹ ਤੁਸੀਂ ਸਰਵਣ ਕੀਤਾ। ਇੱਕ ਰੁਮਾਲ ਦਿੱਤਾ ਸੀ। ਮੈਂ ਬੇਨਤੀ ਕਰਾਂ, ਬੜਾ ਦੁੱਖ ਹੁੰਦਾ ਹੈ ਜਦੋਂ ਅਸੀਂ ਰੁਮਾਲ ਨੂੰ ਸਿਰਫ ਹਿੰਦ ਦੀ ਚਾਦਰ ਤੱਕ ਸੀਮਤ ਕਰ ਦਿੱਤਾ। ਅਸਲ ਦੇ ਵਿੱਚ ਗਿਆਨੀ ਗਿਆਨ ਸਿੰਘ ਜੀ ਨੇ ਆਪਣੇ ਬਚਨਾਂ ਦੇ ਵਿੱਚ ਪਤਾ ਕੀ ਲਿਖਿਆ? ਜਿੱਥੇ ਉਹਨਾਂ ਨੇ ਲਿਖਤ ਲਿਖੀ ਇਹ ਗੱਲ ਰੁਮਾਲ ਦੀ, ਉਹਨਾਂ ਨੇ ਕੀਤੀ। ਉਹਨਾਂ ਨੇ ਪਤਾ ਕੀ ਕਿਹਾ? ਕਹਿੰਦੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਪ੍ਰਤੀ ਕਹਿੰਦੇ ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਉਹ ਕਹਿੰਦੇ ਸਾਰੀ ਸ੍ਰਿਸ਼ਟੀ ਦੇ ਉੱਪਰ ਚੱਦਰ ਦਿੱਤੀ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਉਹ ਰੁਮਾਲ ਲੈ ਕੇ ਰੁਮਾਲ ਦੇ ਪ੍ਰਤੀ ਇੰਨੀ ਕਮਾਈ ਕੀਤੀ, ਇੰਨੀ ਕਮਾਈ ਕੀਤੀ। ਅੱਜ ਸਤਸੰਗੀ ਜਨੋ, ਸ੍ਰਿਸ਼ਟੀ ਦਾ ਕੋਈ ਵੀ ਆਦਮੀ ਇਹ ਪੰਕਤੀਆਂ ਪੜ੍ਹ ਲਵੇ, ਗੁਰੂ ਤੇਗ ਬਹਾਦਰ ਸਿਮਰਿਏ ਘਰ ਨੌ ਨਿਧ ਆਵੇ, ਧਾਏ ਸਭ ਥਾਈ ਹੋਏ ਸਹਾਈ। ਮੇਰੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਭ ਜਗ੍ਹਾ ਤੇ ਸਭ ਦੀ ਸਹਾਇਤਾ ਕਰਦੇ ਹਨ, ਤੇ 9 ਨਿੱਧਾਂ 18 ਸਿੱਧਾਂ ਦੇ ਨਾਲ ਉਹਦੀਆਂ ਝੋਲੀਆਂ ਭਰ ਦਿੰਦੇ ਹਨ। ਹੁਣ ਦੂਜੀ ਗੱਲ ਮੈਂ ਆਪ ਜੀ ਨੂੰ ਬੇਨਤੀ ਕਰਾਂ, ਜਿਹੜੀ ਪੋਥੀ ਸਾਹਿਬ ਦਿੱਤਾ ਸੀ ਨਾ, ਕਿਉਂਕਿ ਉਸ ਤੋਂ ਪਹਿਲਾਂ ਜਿਹੜੀ ਪੋਥੀ ਸਾਹਿਬ ਦੀ ਰਚਨਾ ਸੀ ਨਾ, ਉਹਦੇ ਵਿੱਚ ਸਤਸੰਗੀ ਨੂੰ 5 ਗੁਰੂਆਂ ਦੀ ਬਾਣੀ ਸੀ ਤੇ ਭਗਤਾਂ ਦੀ ਬਾਣੀ ਸੀ। ਪੋਥੀ ਸਾਹਿਬ ਇਸ ਵਾਸਤੇ ਦਿੱਤੀ ਕਿ ਨਾਨਕੀ ਇਹ ਆਪਣੇ ਪੁੱਤਰ ਨੂੰ ਦੇ ਦੇਈ ਕਿ ਇਹਦੇ ਵਿੱਚ ਅਜੇ ਉਸ ਦੀ ਵੀ ਬਾਣੀ ਅੰਕਿਤ ਹੋਣੀ ਹੈ। ਮੈਂ ਬੇਨਤੀ ਕਰਾਂ ਸਤਸੰਗੀ ਜਨੋ, ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਉਸ ਪੋਥੀ ਸਾਹਿਬ ਦੇ ਅੰਦਰ ਸਤਸੰਗੀ ਜਨੋ, ਜਿਹੜੀ ਕਿ ਪੋਥੀ ਸਾਹਿਬ ਕਰਤਾਰਪੁਰ ਵਿਖੇ ਹੈ, ਉਹ 'ਚ 9ਵੇਂ ਪਾਤਸ਼ਾਹ ਦੀ ਬਾਣੀ ਨਹੀਂ ਹੈ। ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਦੁਬਾਰਾ ਰਚਨਾ ਕੀਤੀ, ਉਹਦੇ ਵਿੱਚ 9ਵੇਂ ਪਾਤਸ਼ਾਹ ਦੀ ਵੀ ਬਾਣੀ ਅੰਕਿਤ ਕੀਤੀ। ਪੋਥੀ ਸਾਹਿਬ ਇਸ ਵਾਸਤੇ ਦਿੱਤਾ ਸੀ। ਤੇ ਜਿਹੜੀ ਕਟਾਰ ਦਿੱਤੀ ਸੀ ਨਾ ਸਤਸੰਗੀ ਜਨੋ, ਉਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਇੰਨੀ ਉਹ ਵੱਡੀ ਕਰ ਦਿੱਤੀ, ਇੰਨੀ ਵਿਸ਼ਾਲ ਕਰ ਦਿੱਤੀ ਕਿ ਜਦੋਂ ਮੇਰੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਹੱਥਾਂ ਦੇ ਵਿੱਚ ਆਈ ਨਾ, फिर उन्होंने पता की किया, कहते एक एक को दर लूँगा इस शमशीर के आगे, रख दूंगा दिलो सीना चीर के आगे। कहते पहले दुनिया झुकती थी तकदीर के आगे, कहते अब आज के बाद कहते तकदीर भी झुकेगी मेरी शमशीर के आगे। वो कलगीधर सच्चे पातशाह जदों हत्थां दे विच गिटार पहुंची, जदों शमशीर बन गई ना सतसंगी जनों, फिर इन्ना उहदे वास्ते इन्नी राखी कीती
कादी कीती राखी? जिहड़ा सतसंगी जनों हिंदुस्तान के अंदर तिलक जंजू राखा प्रभ ताका कीनो बड़ो कलू मैं साका। हुण मैं आप जी नूं अगली बेनती करा सतसंगी जनों, जदों गुरु तेग बहादुर सच्चे पातशाह असाम दे विच गए, वो आप जी ने थोड़ा जा सरवण कीता। गुरु तेग बहादुर सच्चे पातशाह जदों आपां राजसी कद देखीए ना, वो भी बड़ा महान है। वैसे वो राजनीति दे विच बिल्कुल नहीं आए, पर मैं बेनती करा जदों आप असाम की यात्रा वाल झात मारते हैं, ये गल्लां बहुत घट साडे सामने आंदियां हन। क्योंकि असाम दे विच जदों गए तो उत्थे दा जिहड़ा राजा सी सतसंगी जनों, ते इत्थे औरंगजेब ने पता की कीता सीगा, राजस्थान दे राजे नूं राम सिंह नूं ये गल कह के भेजी सी कि तू असाम दे राज दे उपर जित प्राप्त करके आ। मैं बेनती करा असाम के राजे के उपर जित प्राप्त करने वास्ते औरंगजेब जिहनूं भी भेजदा सी ना सतसंगी जनों, पता की हुंदा सी, उत्थे बड़ा जादू का जोर सी। जादू के जोर नाल हर राजा उत्थों हार के आंदा सी। ते ये राजस्थान के राजे नूं पता क्यों चुनिया सी सतसंगी जनों? इस वास्ते चुनिया सीगा क्योंकि इहदी कैद दे विचों शिवाजी मरहट्टा बागी हो गया सीगा। इस वास्ते औरंगजेब ने सोचा कि जेकर तां इहने असाम के राज के उपर जित प्राप्त कर ली, कामरूप देश के उपर, कामरूप पता किहनूं कहंदे आ? जिहड़ा अज बर्मा है सतसंगी जनों, उत्थे इन्ना सतसंगी जनों जादू का असर सी। मेरे जदों गुरु नानक देव सच्चे पातशाह गए उस इलाके च उन्हां नूं भी जादूगरनी मिल गई सी, उत्थे भी उन्हें अपना जादू दिखाया, पर गुरु नानक देव सच्चे पातशाह दे अगे चलिया नहीं सीगा। मान सिंह नूं इस वास्ते भेजिया कि जे तां इहने जित प्राप्त कर ली, औरंगजेब ने दो तारी जड़ा वार सी वो कीता सी कि असाम का राज भी मेरे अंडर हो जाएगा, उत्थों भी मैनू टैक्स आना शुरू हो जाएगा, तो जेकर ये हार गया तो ये राज उपर मैं कब्जा कर लवांगा। इस करके उन्हें की किया कि उन्होंने भेजा, पर उदों की होया मान सिंह नूं सतसंगी जनों मेरे गुरु तेग बहादुर सच्चे पातशाह मिल गए असाम दे विच। उन्हें कहा सच्चे पातशाह मेरे ते कृपा करो कि औरंगजेब ने मैनू असाम के राजे के उपर जित प्राप्त करने वास्ते भेजा जदों कि सारे राजे इत्थों हार के गए हैं। तो कहते पता की कीता सीगा, गुरु तेग बहादुर सच्चे पातशाह ने दोनों राजियां नूं इकट्ठे कीता, उन्हां नूं समझाया, उन्हां दी आपस दे विच संबंधी कराई, उन्हां दी आपस दे विच गल सुलझाई, उन्हां दी आपस दे विच मित्रता पाती। असाम दे राजे नूं इह गल कह दित्ती कि तू औरंगजेब नूं टैक्स देना शुरू कर। तो मैं आप जी नूं बेनती करा, इतना सतसंगी जनों राजसी कद उन्हां दा वड्डा है। एक खीरली गल कह के मैं समाप्ति करा, गुरु तेग बहादुर सच्चे पातशाह की शहादत नूं आपां थोड़ा जिहा लै लीए। सन 1674 दे विच औरंगजेब ने एक प्रण कर लिया कि मैं हिंदुस्तान नूं दारुल दरब तो बदल के दारुल इस्लाम करना है। हुण पता होना चाहिए दारुल हरब की है ते दारुल इस्लाम की है। दारुल इस्लाम वो है कि जिहदे विच राज तां सिर्फ ते सिर्फ इस्लाम धर्म दा, दारुल इस्लाम मैं बेनती करा ध्यान रखना, दारुल इस्लाम वो है जिहदे विच राज इस्लाम धर्म दा, कानून इस्लाम धर्म दा, जो उत्थे सब कुछ है वो इस्लाम धर्म दा, जिहड़ा उत्थे धर्म है वो भी सिर्फ ते सिर्फ इस्लाम धर्म दा। दारुल हरब की है कि उत्थे राज दा इस्लाम दा, कानून भी इस्लाम दा, धर्म भी इस्लाम दा, पर थोड़ी जी खुल है कि दूजे धर्म भी अपने धर्म का प्रचार कर सकते हैं। इसे करके शाहजहां दे वक्त सतसंगी नूं दारुल हरब सी, पर दारुल हरब तो दारुल इस्लाम क्यों करना पिया ये भी पता होना चाहिए है। दारुल हरब तो दारुल इस्लाम इस वास्ते करन दा ऐलान किया औरंगजेब ने क्योंकि औरंगजेब ने बड़ी कीमती तोहफे सतसंगी जनों मदीने दे जो लतीफ सी ना उहदे वास्ते भेजे सन। हुण मैं आप जी नूं बेनती करा, जे तुहानूं पुछया जावे मक्का की है ते मदीना की है, बहुतिਆਂ ਨੂੰ नहीं पता होएगा, ਆਪਾਂ इकट्ठा ही नाम लै दिंदे आ मक्का मदीना। मैं बेनती करा काबा शहर है, मक्का शहर है, उहदे विच काबा जिहड़ा धर्म स्थान है इस्लाम धर्म का, जिथे हजरत मुहम्मद साहब का जन्म होया सतसंगी जनों वो है मक्का। ते जिहड़ा आपां कह रहे हैं सतसंगी जनों उत्थे की होया, उत्थे मुहम्मद साहब जी ने अपना अंत समा होया मदीने विखे। ये दो अलग अलग हैं। मदीने विच हजरत मुहम्मद साहब जी का अंत समा होया ते मक्के दे विच उन्हां दा सतसंगी नूं जन्म होया, जिहड़ा अस्थान है ना वो काबा है। ते उन्हां ने की कीता, औरंगजेब ने कीमती तोहफे
ਮਦੀਨੇ ਦੇ ਲਤੀਫ ਵਾਸਤੇ ਭੇਜੇ ਤੇ ਮਦੀਨੇ ਦੇ ਲਤੀਫ ਨੇ ਇਹ ਕਹਿ ਕੇ ਲੈਣੋਂ ਇਨਕਾਰ ਕਰ ਦਿੱਤਾ ਸੀ ਕਿ ਔਰੰਗਜ਼ੇਬ ਤੇਰੇ ਕੀਮਤੀ ਤੋਹਫੇ ਮੈਂ ਨਹੀਂ ਲਵਾਂਗਾ, ਕਿਉਂਕਿ ਤੂੰ ਹਿੰਦੁਸਤਾਨ ਨੂੰ ਦਾरुल इस्लाम नहीं बना सकिया। उसने तोहफे मोड़ दिते सन। पर उस वक्त औरंगजेब ने कहा नहीं जी, मेरे तोहफे तुसी कबूल करो, मैं तुहाडे नाल वादा करदा हाँ कि मैं हिंदुस्तान नूं दारुल इस्लाम बनावांगा। ते दारुल इस्लाम बनाने वास्ते उसने पता की कीता, सब तो पहला कश्मीर चुनिया। हुण कश्मीर चुनन दा कारण की सी? क्योंकि उत्थे विद्वान सन। मेरे गुरु नानक देव सच्चो पातशाह जदों गए मटन दे विच, कदी आप जी कश्मीर जावो उस जगह दर्शन करके आना, मटन दे विच ब्रह्मदास मिलिया सी जिहड़ा ज्ञानवान सीगा। मेरे गुरु नानक देव सच्चे पातशाह ने जदों चर्चा होई, ऊंट दे उपरों ने ग्रंथ लदे हुए सन। तो जदों गुरु नानक देव सच्चे पातशाह दे नाल चर्चा हुई, उन्हें सारे ग्रंथ गुरु नानक देव सच्चे पातशाह दे चरनां दे विच रख के नतमस्तक हो गया सीगा। बस उसे दा तां पड़पोतरा सी किरपा राम, ब्रह्मदास दा पड़पोतरा सी किरपा राम, जिहने आके सतसंगी जनों कहा सीगा कि बस जदों ये कश्मीर दे पंडित, जदों सतसंगी जनों मैं बेनती करना, कश्मीर दे विच ही है अमरनाथ जिथे यात्रा वास्ते जाते हैं। ये सारे कश्मीरी पंडितां ने उत्थे जाके बेनती की सी। इत्थे इतिहास दो गल्लां अलग अलग बोलदा है। जिहड़ा पुरातन इतिहास बोलदा वो तां ये गल कहंदे हन कि जदों उन्होंने जाके अमरनाथ मंदिर दे विच बेनती की, क्योंकि उत्थे शिवलिंग है, जदों उहदे अगे बेनती की उत्थों भाख्या हुई कि जे तुसी हुण अपना धर्म बचाना चाहते हो तो फिर इवें करो कि गुरु नानक देव सच्चे पातशाह की जोत कोल जावो। पर जिहड़े ज्ञानी लोग हैं, मैं ये बेनती करा, वो पता की कहंदे हन, वो कहंदे जदों उन्होंने कहा गया कि तुसी अपना धर्म बदली करो, कहंदे उत्थे दे जिहड़े पंडित सन, कहंदे उन्हां पंडितां ने ये गल कह दित्ती सी कि जिहड़े तुहाडे वड्डियां ने गुरु नानक देव सच्चे पातशाह दा ये उपदेश सुन के दया कपा संतोख सूत जत गंडी सत वट यह जनेऊ जी का हई ता पांडे कत, कि गुरु नानक देव सच्चे पातशाह दे आखे लग के जिहड़े तुहाडे वड्डियां ने अपने जंजू उतार दिते सन, हुण उन्हां कोल ही जाओ ना तुसीं। इस वास्ते आना पिया सतसंगी जनों। हुण मैं ज़्यादा विस्तार विच ना जावां। जदों गुरु तेग बहादुर सच्चे पातशाह दे कोल आके बेनती की ना, वो पंक्तियां सत्संगी जनों किसी ने बड़ियां सोहणियां नौवें पातशाह ने कहा सी, बस वो कह के मैं समाप्ति कर देवां। कहा पातशाह जदों किरपा राम वफद लैके आया, जदों उन्होंने बेनती की तिलक ते जंजू का जदों वास्ता पाया, जिहदे वास्ते मेरे कलगीधर सच्चे पातशाह ने कह दिता, तिलक जंजू राखा प्रभ ताका कीनो बड़ो कलू मैं साका। जदों किरपा राम आया, सारे बैठे संगत थोड़े वर्गी, वो कश्मीरी पंडित बैठे उत्थे। गुरु तेग बहादुर सच्चे पातशाह ने कहा सी, कहा पातशाह बच्चों जाओ घरी अपने, सिर दे के सत बचावांगा मैं, हिंदू धर्म दे बुझ रहे दीवे अंदर, तेल अपने लहू दा पावांगा मैं। कहंदे पाया देश दियां जड़ां विच लहू अपना, भारत वर्ष का बाग फल रहा है, हिंदू मंदिरां दे दीवियां दे अंदर हुण भी लहू तेग बहादुर दा बल रहा है। जे बस गुरु पातशाह दे चरणों च यही अरदास है कि सच्चे पातशाह जिस तरह तुसी मक्खन शाह लुबाणी दा बेड़ा बचाया, इस वक्त पूरे वर्ल्ड दे अंदर सच्चे पातशाह जिथे तुहाडे वास्ते ये बचन हैं, प्रगट पे गुरु तेग बहादुर सगल सृष्ट पै टापी चादर, जिथे तुसी सारी सृष्टि ते चादर देती। इस वक्त बड़ा दुखांत वापर रहा है, जिहड़ी पूरे दुनिया दे विच महामारी चल रही है। सच्चे पातशाह बस ये डुब रहा है महामारी दे समुंदर दे विच, जीव डुब रहे हैं, बीमार हो के मौतां हो रही हैं। सच्चे पातशाह तुसी अपनी किरपा दी चद्दर पाओ, अपनी रहमत बरी बख्शिश करो। जिस तरह मक्खन शाह लुबाणे दा मोढा दे के तुसी वो डुबदा होया बेड़ा बचाया सच्चे पातशाह, उस तरह संसार दा बेड़ा भी इस वक्त डुब रहा डोल रहा है। आप जी किरपा करो,
ਰਹਿਮਤਾਂ ਕਰੋ, ਆਪਣੇ ਬਚਨਾਂ ਦੁਆਰਾ, ਆਪਣੀ ਬਖਸ਼ਿਸ਼ ਦੁਆਰਾ, ਆਪਣੀ ਰਹਿਮਤ ਦੁਆਰਾ ਆਪਣਾ ਮੋਢਾ ਦੇ ਕੇ ਇਸ ਬਿਮਾਰੀ ਤੋਂ ਸਾਨੂੰ ਸਾਰਿਆਂ ਨੂੰ ਹੀ ਨਹੀਂ ਪੂਰੇ ਸੰਸਾਰ ਨੂੰ ਆਪ ਜੀ ਬਚਾਓ। ਸੋ ਸਤਸੰਗੀ ਜਨੋ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਇਤਿਹਾਸ ਹੈ ਉਹ ਬੜਾ ਵਿਸਥਾਰ ਪੂਰਵਕ ਹੈ। ਗੁਰੂ ਪਾਤਸ਼ਾਹ ਦੇ ਚਰਨਾਂ 'ਚ ਇਹੀ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਇਹ ਪਿਆਰੀਆਂ ਪਿਆਰੀਆਂ ਸੰਗਤਾਂ ਆਪ ਜੀ ਦੇ ਦਰ ਦੇ ਉੱਪਰ ਆਉਂਦੀਆਂ ਹਨ, ਆਪ ਜੀ ਦੇ ਸ਼ਰਨ ਦੇ ਵਿੱਚ ਆਉਂਦੀਆਂ ਹਨ, ਆਪ ਜੀ ਦਾ ਬਿਰਧ ਹੈ। ਆਪਾਂ ਕਈ ਵਾਰੀ ਹੁਕਮਨਾਮੇ ਸਰਵਣ ਕਰਦੇ ਹਾਂ, ਹਮਰੀ ਗਣਤ ਨ ਗਣੀਆਂ ਕਾਈ, ਆਪਣਾ ਬਿਰਧ ਪਛਾਣ, ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ। ਕਿ ਸੱਚੇ ਪਾਤਸ਼ਾਹ ਆਪ ਜੀ ਰਹਿਮਤਾਂ ਕਰੋ, ਬਖਸ਼ਿਸ਼ਾਂ ਕਰੋ, ਸਾਰੀਆਂ ਸੰਗਤਾਂ ਦੇ ਉੱਪਰ ਆਪਣਾ ਮਿਹਰਾਂ ਭਰਿਆ ਹੱਥ ਰੱਖੋ, ਸਭਨਾਂ ਦੇ ਘਰਾਂ 'ਚ ਖੁਸ਼ੀਆਂ ਖੇੜੇ ਕਰੋ, ਆਨੰਦ ਮੰਗਲਾਚਾਰ ਕਰੋ, ਮਨੋਕਾਮਨਾ ਪੂਰਨ ਕਰੋ। ਅੱਜ ਜਿਹੜੀ ਮਹਾਮਾਰੀ ਚੱਲ ਰਹੀ ਹੈ, ਆਪ ਜੀ ਰਹਿਮਤਾਂ ਬਖਸ਼ਿਸ਼ਾਂ ਕਰਕੇ ਇਹਨਾਂ ਤੋਂ ਸਾਨੂੰ ਸਾਰਿਆਂ ਨੂੰ ਬਚਾਓ, ਜਿਸ ਸਦਕਾ ਸਾਡੇ ਸਾਰਿਆਂ ਦਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀਆਂ ਦਾਤਾਂ, ਰਹਿਮਤਾਂ, ਬਖਸ਼ਿਸ਼ਾਂ, ਆਸ਼ੀਰਵਾਦ ਸਾਰਿਆਂ ਨੂੰ ਪ੍ਰਾਪਤ ਹੋਣ। ਦੁਬਾਰਾ ਦੱਸ ਫਿਰ ਬੇਨਤੀ ਕਰ ਦੇਵੇ, ਪਹਿਲਾਂ ਵੀ 2 ਵਾਰੀ ਬੇਨਤੀ ਕੀਤੀ ਹੈ। ਪਰਮ ਪੂਜਿਆ ਬਾਬਾ ਜੀ ਅਮਰ ਸ਼ਹੀਦ ਸੰਤ ਬਾਬਾ ਰਾਮ ਸਿੰਘ ਜੀ ਦੀ ਤਸਵੀਰ ਮੈਂ ਬੇਨਤੀ ਕਰਾਂ ਕੱਲ੍ਹ ਨੂੰ 28 ਅਪ੍ਰੈਲ ਨੂੰ ਸਤਸੰਗੀ ਜਨੋਂ 10 ਅਤੇ 11 ਵਜੇ ਉੱਥੇ ਸਤਸੰਗ ਹੋਵੇਗਾ। ਕੇਂਦਰੀ ਸਿੱਖ ਅਜਾਇਬ ਘਰ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਸੁਸ਼ੋਭਿਤ ਕਰਨੀ ਹੈ। ਸੋ ਆਪ ਸਭ ਸੰਗਤਾਂ ਜਿਹੜੀਆਂ ਉੱਥੇ ਪਹੁੰਚ ਸਕਦੀਆਂ ਹੋ ਜ਼ਰੂਰ ਆਪ ਜੀ ਪਹੁੰਚੋ। ਉੱਥੇ ਵੀ ਹਾਜ਼ਰੀਆਂ ਭਰ ਕੇ ਗੁਰੂ ਪਾਤਸ਼ਾਹ ਤੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਦਾਸ ਨੂੰ ਹੋਈਆਂ ਭੁੱਲਾਂ ਦੀ ਮਾਫੀ ਦਿਓ। ਹੁਣ ਭਾਈ ਮਨਜੀਤ ਸਿੰਘ ਜੀ 2-4 ਮਿੰਟ ਦੁਆਰਾ ਹਾਜ਼ਰੀ ਲਵਾਉਣਗੇ, ਉਸ ਦੇ ਬਾਅਦ ਨਾਲ ਹੀ ਸਮਾਪਤੀ ਹੈ। ਹੋਈਆਂ ਭੁੱਲਾਂ ਦੀ ਮਾਫੀ ਦਿਓ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੋੜੀ ਗੱਜ ਵੱਜ ਕੇ ਫਤਿਹ ਬੁਲਾ ਦਿਓ ਨਾ। ਚਲੋ ਦਾਸ ਇੱਕ ਜਕਾਰਾ ਬੁਲੰਦਾ, ਪਿੱਛੇ ਉੱਚੀ ਆਵਾਜ਼ ਦੇ ਵਿੱਚ ਆਪ ਜੀ ਨੇ ਜਵਾਬ ਦੇਣਾ ਹੈ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।